रख के उम्मीदां में आया, मेरे खुदाया दे तू सहारा, मेरे खुदाया दे तू सहारा। रख के उम्मीदां में आया, रख के उम्मीदां में आया, मेरे खुदाया दे तू सहारा, मेरे खुदाया दे तू सहारा। रोज समझान विच जो ने गुना, तू है दयालु कर दे की माँ। रोज समझान विच जो ने गुना, तू है दयालु कर दे की माँ। अपनी कृपा दा रख सहाया, अपनी कृपा दा रख सहाया, मेरे खुदाया दे तू सहारा, मेरे खुदाया दे तू सहारा। रख के उम्मीदां में आया, रख के उम्मीदां में आया, मेरे खुदाया दे तू सहारा। बाप ਅਤੇ ਬੇਟੇ ਅਤੇ ਰੂਪਾਕ ਦੇ ਨਾਮ ਉੱਤੇ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਅੱਜ ਅਸੀਂ ਪਾਕਮਾ ਕਲੀਸਿਆ ਨਾਲ ਮਿਲ ਕੇ ਭਾਰਤ ਦੇ ਹੀ ਇੱਕ ਸੰਤਨੀ ਮਰੀਅਮ ਤਰੇਜ਼ੀਆ ਦੀ ਈਦ ਮਨਾਉਂਦੇ ਹਾਂ। ਕੇਰਲ ਪ੍ਰਾਂਤ ਵਿੱਚ ਜਨਮੇ ਪਲੇ ਅਤੇ ਉੱਥੇ ਦੀ ਇੱਕ ਧਾਰਮਿਕ ਜਮਾਤ ਦੇ ਵਿੱਚ ਸੇਵਾ ਕਰ ਰਹੇ ਸੰਤਨੀ ਮਰੀਅਮ ਤਰੇਜ਼ੀਆ ਅੱਜ ਸਾਡੇ ਸਾਰਿਆਂ ਦੇ ਲਈ ਖੁਦਾ ਦੇ ਨੇੜੇ ਰਹਿ ਕੇ ਸਿਫਾਰਿਸ਼ ਅਤੇ ਪ੍ਰਾਰਥਨਾ ਕਰਦੀ ਹੈ। ਸੰਤਨੀ ਮਰੀਅਮ ਤਰੇਜ਼ੀਆ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪ੍ਰਭੂ ਦੇ ਲਈ ਬਹੁਤ ਸਾਰਾ ਦੁੱਖ ਸਹਿਆ। ਉਸਨੇ ਆਪਣੇ ਆਪ ਨੂੰ ਹਮੇਸ਼ਾ ਗਰੀਬ ਅਤੇ ਲਾਚਾਰਾਂ ਦੇ ਲਈ ਅਤੇ ਜਿਹੜੇ ਬਿਮਾਰ ਹਨ ਉਹਨਾਂ ਦੀ ਸੇਵਾ ਦੇ ਲਈ ਤਿਆਰ ਕੀਤਾ। ਘਰ ਘਰ ਅਤੇ ਪਰਿਵਾਰਾਂ ਵਿੱਚ ਜਾ ਕੇ ਉਹਨਾਂ ਨੂੰ ਖੁਦਾ ਦੇ ਨੇੜੇ ਰਹਿਣਾ ਸਿਖਾਇਆ। ਇਸੇ ਤਰ੍ਹਾਂ ਸੰਤਨੀ ਮਰੀਅਮ ਤਰੇਜ਼ੀਆ ਨੇ ਹੋਲੀ ਫੈਮਿਲੀ ਨਾਂ ਦੀ ਇੱਕ ਧਾਰਮਿਕ ਜਮਾਤ ਦੀ ਸ਼ੁਰੂਆਤ ਕੀਤੀ, ਜੋ ਅੱਜ ਪੂਰੇ ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚ ਰਹਿ ਕੇ ਵੀ ਯਿਸੂ ਮਸੀਹ ਦੇ ਪਿਆਰ ਨੂੰ ਬਹੁਤ ਸਾਰੇ ਪਰਿਵਾਰਾਂ ਵਿੱਚ ਵੰਡਦੇ ਹਨ। ਜਿਵੇਂ ਅੱਜ ਇਸ ਮਹਾਨ ਸੰਤਨੀ ਨੂੰ ਅਸੀਂ ਯਾਦ ਕਰਦੇ ਹਾਂ, ਜੋ ਵੀ ਇਹਨਾਂ ਨੇ ਆਪਣੀ ਜੀਵਨ ਕਾਲ ਦੇ ਦੌਰਾਨ ਸਾਨੂੰ ਸਭ ਨੂੰ ਸਿਖਾਇਆ ਹੈ। ਅਸੀਂ ਉਹਨਾਂ ਸਭ ਗੁਣਾਂ ਨੂੰ ਆਪਣੇ ਅੰਦਰ ਜੀਣ ਦੇ ਲਈ ਪ੍ਰਾਰਥਨਾ ਕਰਾਂਗੇ। ਅਸੀਂ ਖਾਸ ਕਰਕੇ ਹੋਲੀ ਫੈਮਿਲੀ ਧਾਰਮਿਕ ਜਮਾਤ ਲਈ ਵੀ ਪ੍ਰਾਰਥਨਾ ਕਰਾਂਗੇ ਕਿ ਖੁਦਾ ਇਸ ਜਮਾਤ ਦੇ ਜ਼ਰੀਏ ਆਪਣੇ ਪਿਆਰ ਨੂੰ ਬਹੁਤ ਸਾਰੇ ਪਰਿਵਾਰਾਂ ਨਾਲ ਵੰਡੇ। ਅਸੀਂ ਆਪਣੇ ਗੁਨਾਹ ਅਤੇ ਗਲਤੀਆਂ ਨੂੰ ਯਾਦ ਕਰੀਏ, ਸੱਚੇ ਦਿਲੋਂ ਖੁਦਾ ਤੋਂ ਮਾਫੀ ਮੰਗੀਏ, ਤਾਂ ਜੋ ਅਸੀਂ ਨਾ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਮੈਂ ਆਪਣੇ ਦੋਸਤ ਦੇ ਨਾਲ, ਆਪਣੇ ਹੀ ਦੋਸਤ ਦੇ ਨਾਲ, ਆਪਣੇ ਬਹੁਤ ਵੱਡੇ ਦੋਸਤ ਦੇ ਨਾਲ, ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਆਏ ਪ੍ਰਭੂ ਦਇਆ ਕਰ। ਐ ਮਸੀਹਾ ਦਇਆ ਕਰ, ਆਏ ਮਸੀਹਾ ਦਇਆ ਕਰ। ਐ ਪ੍ਰਭੂ ਦਇਆ ਕਰ, ਆਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਹੀ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈ ਜੋ ਸਹੀ ਅਤੇ ਪਾਕ ਹੈ। ਉਸ ਨੂੰ ਪਛਾਣਨ ਲਈ ਸਾਨੂੰ ਪ੍ਰੇਰਨਾ ਦੇ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਉਹਨਾਂ ਨੂੰ ਕਰ ਨਿਭਾਉਣ ਲਈ ਸਾਡੀ ਮਦਦ ਕਰ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ, ਰਾਜਿਆਂ ਦੀ ਪਹਿਲੀ ਪੁਸਤਕ, ਉਹਦਾ 17 ਬਾਬ
ਇੱਕ ਹੈ ਤੁਰਾਕੇ, 7 ਹੈ ਤਾਂ ਖੁਦਾ ਦਾ ਪਾਕ ਵਚਨ। ਏਲੀਆ ਨਬੀ ਅਤੇ ਮੀਂਹ ਦਾ ਨਾਂ ਪੈਣਾ। ਏਲੀਆ ਨਾਂ ਦਾ ਇੱਕ ਨਬੀ ਸੀ ਜੋ ਗਲਿਆਦ ਦੇ ਇਲਾਕੇ ਦੇ ਨਗਰ ਤਿਸਬ ਦਾ ਨਿਵਾਸੀ ਸੀ। ਏਲੀਆ ਨੇ ਰਾਜਾ ਅਹਾਬ ਨੂੰ ਕਿਹਾ, ਇਸਰਾਈਲ ਦੇ ਜਿਉਂਦੇ ਪ੍ਰਭੂ ਪਰਮੇਸ਼ਰ ਦੀ ਸਹੁੰ, ਜਿਸ ਦਾ ਮੈਂ ਦਾਸ ਹਾਂ, ਅੱਜ ਤੋਂ ਅਗਲੇ 2 ਜਾਂ 3 ਸਾਲਾਂ ਤੱਕ ਨਾ ਤਰੇਲ ਪਵੇਗੀ ਅਤੇ ਨਾ ਮੀਂਹ ਪਵੇਗਾ, ਜਦੋਂ ਤੱਕ ਮੈਂ ਨਾ ਕਹਾਂ। ਤਦ ਏਲੀਆ ਕੋਲ ਪ੍ਰਭੂ ਦਾ ਵਚਨ ਆਇਆ, ਤੂੰ ਇੱਥੋਂ ਚਲਾ ਜਾ ਅਤੇ ਜਾ ਕੇ ਕਰੀਬ ਦੇ ਨਾਲੇ ਕੋਲ, ਜੋ ਜਰਦਨ ਦਰਿਆ ਦੇ ਕੰਢੇ ਉੱਤੇ ਹੈ, ਆਪਣੇ ਆਪ ਨੂੰ ਲੁਕਾ ਲੈ। ਕਰੀਬ ਦੇ ਨਾਲੇ ਵਿੱਚੋਂ ਤੂੰ ਪਾਣੀ ਪੀ ਸਕਦਾ ਹੈ ਅਤੇ ਮੈਂ ਪਹਾੜੀ ਕਾਵਾਂ ਨੂੰ ਆਗਿਆ ਦਿੱਤੀ ਹੈ ਕਿ ਉਹ ਤੇਰੇ ਲਈ ਭੋਜਨ ਉੱਥੇ ਲਿਆਉਣ। ਏਲੀਆ ਪ੍ਰਭੂ ਦੇ ਵਚਨ ਅਨੁਸਾਰ ਉੱਥੋਂ ਚੱਲ ਪਿਆ ਅਤੇ ਜਾ ਕੇ ਕਰੀਬ ਦੇ ਨਾਲੇ ਕੋਲ ਰਹਿਣ ਲੱਗਾ। ਉਹ ਨਾਲੇ ਵਿੱਚੋਂ ਪਾਣੀ ਪੀਂਦਾ ਸੀ ਅਤੇ ਕਾਂ ਹਰ ਸਵੇਰ ਵੇਲੇ ਅਤੇ ਤਰਕਾਲਾਂ ਵੇਲੇ ਉਸ ਲਈ ਰੋਟੀ ਤੇ ਮਾਂਸ ਲੈ ਕੇ ਆਉਂਦੇ ਸਨ। ਪਰ ਕੁਝ ਸਮੇਂ ਦੇ ਪਿੱਛੋਂ ਨਾਲਾ ਸੁੱਕ ਗਿਆ, ਕਿਉਂਕਿ ਮੀਂਹ ਬਿਲਕੁਲ ਨਹੀਂ ਪਿਆ ਸੀ। ਇਹ ਪ੍ਰਭੂ ਦੀ ਪਾਕ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ, 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 ਹਾਲੇਲੂਇਆ। ਸਾਰਿਓ ਕੌਮੋ ਤਾਲੀਆਂ ਬਜਾਓ, ਜੈ ਜੈਕਾਰ ਨਾਲ ਰੱਬ ਨੂੰ ਪੁਕਾਰੋ। ਸਾਰਿਓ ਕੌਮੋ ਤਾਲੀਆਂ ਬਜਾਓ, ਜੈ ਜੈਕਾਰ ਨਾਲ ਉਸ ਨੂੰ ਪੁਕਾਰੋ। ਕਿਉਂ ਜੋ ਖੁਦਾ ਹੈ ਭਲਾ, ਉਹੀ ਸਾਡੀ ਹੈ ਪਨਾ। ਕਿਉਂ ਜੋ ਖੁਦਾ ਹੈ ਭਲਾ, ਉਹੀ ਸਾਡੀ ਹੈ ਪਨਾ। ਸਭ ਨੂੰ ਸੁਣਾਓ, ਸਭ ਨੂੰ ਸੁਣਾਓ। ਹਾਲੇਲੂਇਆ, 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 ਹਾਲੇਲੂਇਆ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਆਏ ਪ੍ਰਭੂ। ਭੀੜ ਨੂੰ ਵੇਖ ਕੇ ਯੀਸ਼ੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਜਦੋਂ ਬੈਠ ਗਿਆ ਤਾਂ ਉਸਦੇ ਚੇਲੇ ਉਹਦੇ ਕੋਲ ਆ ਗਏ। ਫਿਰ ਉਹ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਸਿੱਖਿਆ ਦੇਣ ਲੱਗਾ। ਧੰਨ ਉਹ ਜਿਹੜੇ ਦਿਲੋਂ ਗਰੀਬ ਹਨ, ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ। ਧੰਨ ਉਹ ਜਿਹੜੇ ਸੋਗ ਕਰਦੇ ਹਨ, ਕਿਉਂਕਿ ਉਹ ਦਿਲਾਸਾ ਪਾਉਣਗੇ। ਧੰਨ ਉਹ ਜਿਹੜੇ ਹਲੀਮ ਹਨ, ਕਿਉਂਕਿ ਧਰਤੀ ਦੇ ਵਾਰਸ ਹੋਣਗੇ। ਧੰਨ ਉਹ ਜਿਹੜੇ ਧਾਰਮਿਕਤਾ ਦੀ ਭੁੱਖੇ ਅਤੇ ਪਿਆਸੇ ਹਨ, ਕਿਉਂਕਿ ਉਹ ਰਜਾਏ ਜਾਣਗੇ। ਧੰਨ ਉਹ ਜਿਹੜੇ ਦਇਆਵਾਨ ਹਨ, ਕਿਉਂਕਿ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ। ਧੰਨ ਉਹ ਜਿਹੜੇ ਦਿਲ ਦੇ ਸ਼ੁੱਧ ਹਨ, ਕਿਉਂਕਿ ਉਹ ਖੁਦਾ ਦੇ ਦਰਸ਼ਨ ਕਰਨਗੇ। ਧੰਨ ਉਹ ਜਿਹੜੇ ਸੁਲਾਹ ਕਰਾਉਂਦੇ ਹਨ, ਕਿਉਂਕਿ ਉਹ ਖੁਦਾ ਦੇ ਪੁੱਤਰ ਅਖਵਾਉਣਗੇ। ਧੰਨ ਉਹ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ। ਧੰਨ ਹੋ ਤੁਸੀਂ ਜਦੋਂ ਲੋਕ ਮੇਰੇ ਕਾਰਨ ਤੁਹਾਡੇ ਬਾਰੇ ਬੁਰਾ ਭਲਾ ਕਹਿਣਗੇ, ਤੁਹਾਡੇ ਉੱਤੇ ਜ਼ੁਲਮ ਕਰਨਗੇ ਅਤੇ ਤੁਹਾਡੇ ਉੱਤੇ ਹਰ ਤਰ੍ਹਾਂ ਦੇ ਝੂਠੇ ਇਲਜ਼ਾਮ ਲਾਉਣਗੇ। ਆਨੰਦਿਤ ਹੋਵੋ ਅਤੇ ਖੁਸ਼ੀ ਮਨਾਓ, ਕਿਉਂਕਿ ਸਵਰਗ 'ਚ ਤੁਹਾਡਾ ਇਨਾਮ ਵੱਡਾ ਹੋਵੇਗਾ। ਕਿਉਂਕਿ ਲੋਕਾਂ ਨੇ ਨਬੀਆਂ ਉੱਤੇ ਜੋ ਤੁਹਾਡੇ ਤੋਂ ਪਹਿਲਾਂ ਸਨ ਇਸੇ ਤਰ੍ਹਾਂ ਜ਼ੁਲਮ ਕੀਤੇ ਸਨ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਆਏ ਮਸੀਹਾ। ਮਸੀਹ ਦੇ ਵਿੱਚ ਪਿਆਰੇ ਭਰਾਓ ਅਤੇ ਭੈਣੋ, ਅੱਜ ਅਸੀਂ ਪਵਿੱਤਰ ਅੰਜੀਲ ਦੇ ਦੁਆਰਾ ਯੀਸ਼ੂ ਮਸੀਹ ਦਾ ਪਹਿਲਾ ਉਪਦੇਸ਼ ਸੁਣਦੇ ਹਾਂ, ਜਿਸ ਨੂੰ ਬਹੁਤ ਵਾਰੀ ਅਸੀਂ ਪਹਾੜੀ ਉਪਦੇਸ਼ ਕਹਿੰਦੇ ਹਾਂ। ਅਤੇ ਇਸ ਪਹਾੜੀ ਉਪਦੇਸ਼ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਇੱਕ ਨਵਾਂ ਸਟੈਂਡਰਡ ਜਾਂ ਇੱਕ ਨਵਾਂ ਰੁਤਬਾ ਕਾਇਮ ਕਰਦੇ ਹਨ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਪਰਮੇਸ਼ਵਰ ਦੇ ਨਜ਼ਦੀਕ ਹਨ ਜਾਂ ਜਿਹੜੇ ਪਰਮੇਸ਼ਵਰ ਤੋਂ ਬਰਕਤ ਪ੍ਰਾਪਤ ਕਰਦੇ ਹਨ। ਪੁਰਾਣੇ ਨੇਮ ਦੇ ਵਿੱਚ ਵੀ ਇਹ ਸਵਾਲ ਲਗਾਤਾਰ ਉਠਾਇਆ ਜਾਂਦਾ ਸੀ, ਜਾਣੇ ਕਿਹੜੇ ਲੋਕ ਹਨ ਜਿਹੜੇ ਪਰਮੇਸ਼ਵਰ ਤੋਂ ਬਰਕਤ ਪਾਉਂਦੇ ਹਨ, ਕਿਹੜੇ ਲੋਕ ਧੰਨ ਹਨ।
ਜਦੋਂ ਅਸੀਂ ਜ਼ਬੂਰਾਂ ਦੀ ਪੋਥੀ ਪੜ੍ਹਦੇ ਹਾਂ, ਪਹਿਲੇ ਜ਼ਬੂਰ ਦੇ ਵਿੱਚ ਹੀ ਇਹਦਾ ਉੱਤਰ ਲਿਖਿਆ ਗਿਆ ਹੈ, ਧੰਨ ਉਹ ਲੋਕ ਹਨ ਜਿਹੜੇ ਵਚਨ ਦੀ ਪੈਰਵੀ ਕਰਦੇ ਹਨ। ਬਹੁਤ ਵਾਰੀ ਅਸੀਂ ਪੁਰਾਣੇ ਨਿਯਮ ਵਿੱਚ ਵੇਖਦੇ ਹਾਂ, ਲੋਕ ਇਹ ਸੋਚਦੇ ਸਨ ਕਿ ਜੇਕਰ ਕੋਈ ਆਦਮੀ ਗਰੀਬ ਹੈ, ਜਾਂ ਜੇਕਰ ਕੋਈ ਆਦਮੀ ਬਿਮਾਰ ਹੈ, ਜਾਂ ਜੇਕਰ ਕੋਈ ਆਦਮੀ ਕਿਸੇ ਤਰ੍ਹਾਂ ਦੇ ਵੱਡੇ ਸੰਕਟ ਜਾਂ ਦੁੱਖ ਦੇ ਵਿੱਚ ਆ ਗਿਆ ਹੈ, ਉਸਨੇ ਕਿਤੇ ਨਾ ਕਿਤੇ ਕੋਈ ਅਜਿਹਾ ਪਾਪ ਕੀਤਾ ਹੋਵੇਗਾ ਜਿਹਦੇ ਨਾਲ ਪਰਮੇਸ਼ਰ ਦਾ ਫਜ਼ਲ ਉਹਦੇ ਤੋਂ ਖੋਇਆ ਗਿਆ, ਇਸੇ ਕਰਕੇ ਉਹ ਦੁੱਖ ਸਹਿ ਰਿਹਾ ਹੈ। ਇਹ ਸਵਾਲ ਬਹੁਤ ਵਾਰੀ ਉਠਾਇਆ ਜਾਂਦਾ ਸੀ। ਨਬੀ ਦੇ ਗ੍ਰੰਥ ਵਿੱਚ ਵੀ ਇਹੀ ਪੜ੍ਹਦੇ ਹਾਂ ਕਿ ਮੈਂ ਤਾਂ ਕੋਈ ਪਾਪ ਨਹੀਂ ਕੀਤਾ, ਫਿਰ ਵੀ ਮੇਰੇ ਤੇ ਆਪ ਤੱਕ ਕਿਉਂ ਆ ਗਈਆਂ। ਅਤੇ ਉਹਦੇ ਮਿੱਤਰ ਨੂੰ ਬਾਰ-ਬਾਰ ਇਹੀ ਕਹਿੰਦੇ, ਤੂੰ ਕਿਤੇ ਨਾ ਕਿਤੇ ਜ਼ਰੂਰ ਕੁਝ ਸ਼ਬਦ ਬੋਲੇ ਹੋਣਗੇ ਪਰਮੇਸ਼ਵਰ ਦੇ ਵਿਰੁੱਧ, ਕਿਉਂਕਿ ਤੇਰੇ ਤੇ ਇੰਨੀ ਵੱਡੀ ਵਿਪਤਾ ਆ ਗਈ ਹੈ। ਅਤੇ ਜਵਾਬ ਨਬੀ ਦੇ ਬਾਰੇ ਅਸੀਂ ਇਹੀ ਪੜ੍ਹਦੇ ਹਾਂ, ਉਹ ਬਾਰ-ਬਾਰ ਇਹੀ ਕਹਿੰਦਾ ਹੈ ਕਿ ਮੈਂ ਕਦੇ ਆਪਣੇ ਮੂੰਹ ਦੇ ਵਿੱਚੋਂ ਕਦੇ ਪਰਮੇਸ਼ਵਰ ਦੇ ਲਈ ਬੁਰੀ ਚੀਜ਼ ਨਹੀਂ ਕੱਢੀ, ਹਮੇਸ਼ਾ ਉਹਨੂੰ ਧੰਨ ਕਿਹਾ ਹੈ। ਅਤੇ ਇਹ ਜਿਹੇ ਲੋਕਾਂ ਨੂੰ ਪਰਮੇਸ਼ਵਰ ਵੀ ਆਪਣੇ ਮੂੰਹ ਦੇ ਦੁਆਰਾ ਧੰਨ ਕਹਿੰਦਾ ਹੈ। ਅੱਜ ਦੇ ਜਿਹੜੇ 8 ਧੰਨਵਾਦ ਦੇ ਰੁਤਬੇ ਕਾਇਮ ਕੀਤੇ ਗਏ ਹਨ ਪ੍ਰਭੂ ਯੀਸ਼ੂ ਮਸੀਹ ਵੱਲੋਂ, ਇਹ ਸੱਚਮੁੱਚ ਉਹਨਾਂ ਲੋਕਾਂ ਦੇ ਲਈ ਹਨ ਜਿਨ੍ਹਾਂ ਨੂੰ ਬਹੁਤ ਵਾਰ ਸੰਸਾਰ ਸਮਝਦਾ ਹੈ ਕਿ ਪਰਮੇਸ਼ਵਰ ਨੇ ਇਹਨਾਂ ਨੂੰ ਛੱਡ ਦਿੱਤਾ ਹੈ ਜਾਂ ਇਹਨਾਂ ਤੋਂ ਆਪਣਾ ਫਜ਼ਲ ਖੋਹ ਲਿਆ ਹੈ। ਪਹਿਲੀ ਗੱਲ ਅਸੀਂ ਕਰਦੇ ਹਾਂ ਗਰੀਬਾਂ ਦੇ ਬਾਰੇ, ਜਿਨ੍ਹਾਂ ਨੂੰ ਕਈ ਵਾਰ ਅਸੀਂ ਕਹਿੰਦੇ ਸੱਚਮੁੱਚ ਸ਼ਾਇਦ ਇਹਨਾਂ ਨੇ ਕੋਈ ਅਜਿਹਾ ਪਾਪ ਕੀਤਾ ਹੈ ਕਿ ਪਰਮੇਸ਼ਰ ਦੀ ਬਰਕਤ ਉਹਨਾਂ ਤੋਂ ਖੋਈ ਗਈ ਹੈ। ਪਰ ਵਚਨ ਕਹਿੰਦਾ ਧੰਨ ਉਹ ਲੋਕ ਹਨ ਜਿਹੜੇ ਗਰੀਬ ਹਨ। ਇਸੇ ਤਰ੍ਹਾਂ ਅਸੀਂ ਅੱਗੇ ਵਚਨ ਵਿੱਚ ਪੜ੍ਹਦੇ ਹਾਂ ਜਿਹੜੇ ਸੋਗ ਕਰਦੇ ਹਨ ਜਾਂ ਜਿਨ੍ਹਾਂ 'ਤੇ ਕੋਈ ਦੁੱਖ ਆ ਗਿਆ ਹੈ। ਅਸੀਂ ਕਹਿੰਦਾ ਕੋਈ ਨਾ ਕੋਈ ਇਹਨਾਂ ਨੇ ਪਾਪ ਕੀਤਾ ਹੋਵੇਗਾ, ਖੁਦਾ ਦੇ ਫਜ਼ਲ ਨੂੰ ਖੋਇਆ ਹੋਵੇਗਾ ਕਿ ਇਹਨਾਂ 'ਤੇ ਦੁੱਖ ਆ ਗਿਆ ਹੈ। ਯਿਸੂ ਇਹਨਾਂ ਨੂੰ ਕਹਿੰਦਾ ਹੈ ਅੱਜ ਇੱਕ ਰੁਤਬਾ ਕਾਇਮ ਕਰਦਾ ਕਿ ਇਹ ਲੋਕ ਵੀ ਧੰਨ ਹਨ ਜਿਹੜੇ ਸੋਗ ਕਰਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਲੋਕ ਹਲੀਮ ਹਨ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ, ਜਿਹੜੇ ਦਇਆਵਾਨ ਹਨ, ਜਿਨ੍ਹਾਂ ਦੇ ਮਨ ਸ਼ੁੱਧ ਹਨ, ਜਿਹੜੇ ਸੁਲਾਹ ਕਰਾਉਂਦੇ ਹਨ, ਜਿਹੜੇ ਸਤਾਏ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਜ਼ੁਲਮ ਕਰਦੇ ਹਨ, ਬੁਰਾ ਭਲਾ ਕਹਿੰਦੇ ਹਨ। ਵਚਨ ਕਹਿੰਦਾ ਇਹ ਸਭ ਲੋਕ ਉਹ ਹਨ ਜਿਹੜੇ ਪਰਮੇਸ਼ਵਰ ਦੀ ਕਿਰਪਾ ਦ੍ਰਿਸ਼ਟੀ ਵਿੱਚ ਰਹਿੰਦੇ ਹਨ, ਜਿਹੜੇ ਪਰਮੇਸ਼ਵਰ ਤੋਂ ਖਾਸ ਫਜ਼ਲ ਪਾਉਂਦੇ ਹਨ। ਮਸੀਹ ਵਿੱਚ ਪਿਆਰਿਓ, ਯੀਸ਼ੂ ਮਸੀਹ ਨੇ ਉਹ ਸਟੈਂਡਰਡ ਜਾਂ ਉਹ ਰੁਤਬਾ ਜੋ ਸੰਸਾਰ ਨੇ ਕਾਇਮ ਕੀਤਾ ਸੀ ਇੱਕ ਚੰਗੇ ਮਨੁੱਖ ਦਾ, ਉਸ ਨੂੰ ਪਰੇ ਕਰਕੇ ਪਰਮੇਸ਼ਵਰ ਨੇ ਇੱਕ ਨਵਾਂ ਰੁਤਬਾ ਕਾਇਮ ਕੀਤਾ ਹੈ। ਉਹ ਸਭ ਜਿਹੜੇ ਪਰਮੇਸ਼ਵਰ ਦੀ ਖਾਤਰ ਦੁੱਖ ਸਹਿ ਲੈਂਦੇ ਹਨ, ਉਹ ਜਿਹੜੇ ਪਰਮੇਸ਼ਵਰ ਦੀ ਖਾਤਰ ਉਹਨਾਂ ਸਭ ਚੰਗੀਆਂ ਚੀਜ਼ਾਂ ਦਾ ਜੋ ਉਹਨਾਂ ਨੂੰ ਪਰਮੇਸ਼ਵਰ ਤੋਂ ਦੂਰ ਕਰਦੀਆਂ ਹਨ, ਉਹਨਾਂ ਨੂੰ ਤਿਆਗ ਦਿੰਦੇ ਹਨ। ਵਚਨ ਕਹਿੰਦਾ ਉਹ ਸਭ ਪਰਮੇਸ਼ਵਰ ਨਜ਼ਰ ਵਿੱਚ ਕਿਰਪਾ ਦ੍ਰਿਸ਼ਟੀ ਪਾਉਂਦੇ ਹਨ, ਉਹ ਸਾਰੇ ਧੰਨ ਹਨ, ਕਿਉਂਕਿ ਆਉਣ ਵਾਲੇ ਸਵਰਗੀ ਰਾਜ ਦੇ ਵਿੱਚ ਪਰਮੇਸ਼ਵਰ ਉਹਨਾਂ ਨੂੰ ਬਹੁਤ ਦੇਵੇਗਾ। ਮਸੀਹ ਵਿੱਚ ਪਿਆਰੀ, ਭਾਵੇਂ ਅਸੀਂ ਇਸ ਧਰਤੀ 'ਤੇ ਰਹਿੰਦੇ ਹਾਂ, ਸਾਡੀ ਨਜ਼ਰ ਲਗਾਤਾਰ ਉਸ ਸਵਰਗੀ ਰਾਜ 'ਤੇ ਹੋਣੀ ਚਾਹੀਦੀ ਹੈ ਜਿਸ ਦਾ ਵਾਅਦਾ ਯੀਸ਼ੂ ਨੇ ਸਾਡੇ ਨਾਲ ਕੀਤਾ ਹੈ। ਉਸੇ ਸਵਰਗੀ ਰਾਜ ਨੂੰ ਯੀਸ਼ੂ ਨੇ ਸਥਾਪਿਤ ਕੀਤਾ ਹੈ। ਜੇਕਰ ਅਸੀਂ ਉੱਥੇ ਪਹੁੰਚਣਾ ਹੈ, ਉਹਦਾ ਰਾਹ ਇੱਥੋਂ ਸ਼ੁਰੂ ਹੁੰਦਾ ਹੈ। ਜੋ 8 ਧੰਨਵਾਦੀਆਂ ਅੱਜ ਯੀਸ਼ੂ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਉਹਨਾਂ ਨੂੰ ਲਗਾਤਾਰ ਆਪਣੀ ਜ਼ਿੰਦਗੀ 'ਚ ਜੀਂਦੇ ਹੋਏ ਅਸੀਂ ਸਵਰਗ ਦੇ ਰਾਹ 'ਤੇ ਚੱਲਦੇ ਹੋਏ ਸਵਰਗ 'ਚ ਪਹੁੰਚ ਸਕਦੇ ਹਾਂ। ਪ੍ਰਭੂ ਦਾ ਪਵਿੱਤਰ ਵਚਨ ਸਾਡੀ ਅਗਵਾਈ ਕਰੇ, ਸਾਡੀ ਮਦਦ ਕਰੇ, ਸਾਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਜਾਵੇ। ਆਮੀਨ। ਏ ਖੁਦਾਵੰਦਾ ਸਾਡੀ ਸੁਣ ਦੁਆ, ਸਾਡਾ ਕਰੀ ਕਬੂਲ ਚੜਾਵਾ। ਓਏ ਖੁਦਾਵੰਦਾ ਸਾਡੀ ਸੁਣ ਦੁਆ, ਸਾਡਾ ਕਰੀ ਕਬੂਲ ਚੜਾਵਾ। ਸੱਚਾ ਤੇ ਜ਼ਿੰਦਾ ਤੂੰ एक खुदा है, खालिक मालिक हर शैदा है। सच्चा ते जिंदा तू एक खुदा है, खालिक मालिक हर शैदा है, हर शैदा है। या खुदावंदा साडी सुन दुआ, साडा कारी कबूल चढ़ावा। ओए खुदावंदा साडी सुन दुआ, साडा कारी कबूल चढ़ावा। सिजदा शुकर ते अर्ज़ा करिए, तन मन ते तन हाज़र करिए। सिजदा शुकर ते अर्ज़ा करिए, तन मन ते तन हाज़र करिए, हाज़र करिए। आए खुदावंदा ओ साडी सुन दुआ,
ਸਾਡਾ ਕਰ ਕਬੂਲ ਚੜਾਵਾ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ, ਨਾਲੇ ਸਾਡੇ ਤੇ ਸਾਰੀ ਪਾਕ ਕਲੀਸਿਆਂ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ ਬਖਸ਼ ਦੇ ਕਿ ਸਾਡੀ ਪ੍ਰੋਹਿਤਾਈ ਸੇਵਾ ਦਾ ਇਹ ਨਜ਼ਰਾਨਾ ਤੇਰੇ ਲਈ ਪ੍ਰਵਾਨਯੋਗ ਹੋਵੇ ਅਤੇ ਤੇਰੇ ਲਈ ਸਾਡੇ ਪਿਆਰ ਨੂੰ ਵਧਾ ਦੇਵੇ, ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੀਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਿਲ ਕਰਕੇ ਉਸਨੇ ਆਪਣੇ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਕਹਿੰਦੇ ਹਾਂ, ਪਾਕ 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 ਪਾਕ। ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹੇ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਆਏ ਮੇਰੇ ਪ੍ਰਭੂ, ਆਏ ਮੇਰੇ ਖੁਦਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੇ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਆਏ ਮੇਰੇ ਪ੍ਰਭੂ, ਆਏ ਮੇਰੇ ਖੁਦਾ। ਈਮਾਨ ਦਾ ਭੇਦ। ਆਏ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯੀਸ਼ੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ, ਬਿਸ਼ਪ ਅਗਨੈਲੋ ਅਤੇ ਸਾਰੇ ਪ੍ਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜੋ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ
ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਬਾਪ ਦੇ ਪਿਆਰ ਉੱਤੇ ਭਰੋਸਾ ਰੱਖਦੇ ਹੋਏ ਆਓ ਸਾਰੇ ਮਿਲ ਕੇ ਉਹੀ ਪ੍ਰਾਰਥਨਾ ਕਰਾਂਗੇ ਜਿਹੜੇ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਜਮੈਸ਼ ਨਾ ਪਾ ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੇ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯੀਸ਼ੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਤੇ ਜਲਾਲ ਜੁਗ ਜੁਗ ਤੇਰਾ ਹੀ ਹੈ। ਹੈ ਪ੍ਰਭੂ ਯੀਸ਼ੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ, ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਆਏ ਲੀਲੇ ਖੁਦਾ ਦੇ, ਤੂੰ ਜ਼ਰਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਆਏ ਲੀਲੇ ਖੁਦਾ ਦੇ, ਤੂੰ ਜ਼ਰਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਆਏ ਲੀਲੇ ਖੁਦਾ ਦੇ, ਤੂੰ ਜ਼ਰਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਾਂ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਤਨ ਉਹ ਲੋਕ ਹਨ ਜੋ ਲੇਲੇ ਦੇ ਭੋਜ ਲਈ ਸੱਦੇ ਗਏ ਹਾਂ। ਆਏ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲੈ ਆਵੇ, ਪਰ ਇੱਕੀ ਸ਼ਬਦ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਰੱਖ ਲੈਣ ਤੋਂ ਪਹਿਲਾਂ ਆਏ ਮੁਬਾਰਕ ਮਰੀਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੋਂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਆਏ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ਸਿਜਦੇ ਦਾਂਬਲ, ਆਏ ਇਲਾਹੀ ਯਿਸੂ, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਦੇ ਨਾਲ ਤੈਨੂੰ ਸਿਜਦਾ ਕਰਦਾ ਹਾਂ। ਤੂੰ ਮੇਰਾ ਖਾਲਿਕ ਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਆਏ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗਾ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦਾ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸਿਆਵਾਂ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਸ ਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਸ ਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗਾ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਤੇਰੇ ਰੂਹ ਦੀ ਮੁੜ ਬਹਾਲ ਕਰਨ ਵਾਲੀ ਸ਼ਕਤੀ ਜੋ ਇਸ ਸਾਕਰਾਮੈਂਟ ਵਿੱਚ ਕੰਮ ਕਰਦੀ ਹੈ, ਉਹ ਸਾਨੂੰ ਤੇਰੇ ਤੋਂ ਦੂਰ ਰੱਖਣ ਵਾਲੀ ਹਰ ਬੁਰਾਈ ਤੋਂ ਚੰਗਾ ਕਰੇ ਅਤੇ ਨੇਕੀ ਦੀ ਰਾਹ ਉੱਤੇ ਸਾਡੀ ਅਗਵਾਈ ਕਰੇ। ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ,
ਬੇਟਾ ਅਤੇ ਰੂਪਾਕਤਾ ਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਆਏ ਨਹਾਇਤ ਮਿਹਰਬਾਨ ਕੁਵਾਰੀ ਮਰੀਅਮ ਵੀ ਕਦੀ ਇਹ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਆਈ ਕੁਵਾਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਸੱਲੀ ਨਾਲ ਮੈਂ ਤੇਰੇ ਕੋਲ ਨਸਾਂ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਆਈ ਦੇ ਤਾਰੇ ਹੋਏ ਕਲਾਮ ਦੀ ਮਾਂ, ਮੇਰੀਆਂ ਅਜ਼ਾਂ ਨੂੰ ਹਕੀ ਨਾ ਜਾਣ, ਸਗੋਂ ਮਿਹਰਬਾਨਾ ਸੁਣ ਤੇ ਕਬੂਲ ਕਰੀ। ਆਮੀਨ। ਮਾਂ ਮਰੀਅਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਮਰੀਅਮ ਹੈ ਸਾਡੀ ਮਾਂ, ਨੇਕ ਪਿਆਰੀ ਮਾਂ, ਹਰ ਸਿਫਰਸ ਤੇ ਮੁਬਾਰਕ ਉਹਦਾ ਨਾਂ। ਮਰੀਅਮ ਹੈ ਸਾਡੀ ਮਾਂ, ਨੇਕ ਪਿਆਰੀ ਮਾਂ, ਹਰ ਸਿਫਰਸ ਤੇ ਮੁਬਾਰਕ ਉਹਦਾ ਨਾਂ।